गुरु रू प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਵਿਰਸਾ ਤੇ ਵਿਕਾਸ। ਯੂਰਪ ਇੱਕ ਤਰੱਕੀ ਦੀ ਧੁਨ ਲੈ ਕੇ ਉੱਠਿਆ ਤੇ ਟੁਰਿਆ ਜਾ ਰਿਹਾ ਹੈ। ਉਸ ਦੇ ਮਗਰ ਅਮਰੀਕਾ ਲੱਗਾ ਤੇ ਉਸੇ ਦੇ ਕਦਮਾਂ ਤੇ ਜਾਪਾਨ ਟੁਰ ਪਿਆ। ਇਹਨਾਂ ਦੇਸ਼ਾਂ ਤੇ ਕੌਮਾਂ ਨੇ ਤਰੱਕੀ ਕੀਤੀ और तरक्की दे शिखर ते अपड़े। हिंदुस्तान विच भी तरक्की दी आवाज़ उठी ते टुर पिया। विचे खालसा जी भी वधो वधो सुन के वधो वधो कूक उठे ते अखां मलदे मलदे टुरन लग पे हन। उठ के टुरन तो पहला सोचना चाहिदा है कि असी किधर जाना है। हाँ, टुर पैण तो पहला जरूरी प्रश्न ये हुंदा है कि की ਸਾਨੂੰ ਵੀ ਉੱਠ ਕੇ ਵਾਹੋ ਦਾਹੀ ਅੱਗੇ ਵਧਣ ਲਈ ਦੌੜ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜੇ ਤਾਂ ਸਾਡੀ ਜ਼ਿੰਦਗੀ ਦਾ ਆਦਰਸ਼ ਉਹੀ ਹੈ ਜੋ ਜਾਪਾਨ, ਇੰਗਲਿਸਤਾਨ ਜਾਂ ਅਮਰੀਕਾ ਦਾ ਹੈ, ਜੇ ਤਾਂ ਸਾਡੇ ਜੀਵਨ ਦਾ ਮਨੋਰਥ ਉਹੀ ਹੈ ਜੋ ਯੂਰਪ ਜਾਂ ਅਮਰੀਕਾ ਵਾਲਿਆਂ ਦਾ ਹੈ, ਤੇ ਜੇ ਸਾਡੀਆਂ ਅੱਖਾਂ ਦੇ ਸਾਹਮਣੇ ਪਹੁੰਚ ਦਾ ਆਖਰੀ ਨੁਕਤਾ ਉਹੀ ਹੈ ਜੋ ਸਾਰੇ ਮਾਦਾ ਪ੍ਰਸਤ ਲੋਕਾਂ ਦਾ ਹੈ, ਤਦ ਬੇਸ਼ੱਕ ਸਾਨੂੰ ਉੱਠ ਇਹਨਾਂ ਵਾਂਗ ਦੌੜ ਸ਼ੁਰੂ ਕਰ ਦੇਣੀ ਚਾਹੀਦੀ ਹੈ ਤੇ ਇਹਨਾਂ ਦੇ ਟਾਕਰੇ ਤੇ ਆਪਣੀ ਰਫ਼ਤਾਰ ਨੂੰ ਇੰਨਾ ਜ਼ਿਆਦਾ ਤੇਜ਼ ਕਰ ਦੇਣਾ ਚਾਹੀਦਾ ਹੈ ਕਿ ਜਿੰਨਾ ਇਹ ਸਾਥੋਂ ਅੱਗੇ ਲੰਘ ਚੁੱਕੇ ਹਨ ਉਹ ਫਾਸਲਾ ਤੈਅ ਕਰਕੇ ਅਸੀਂ ਇਹਨਾਂ ਨੂੰ ਪਿੱਛੇ ਸੁੱਟ ਜਾਈਏ। ਪਰੰਤੂ ਜੇ ਸਾਡੀ ਜ਼ਿੰਦਗੀ ਦਾ ਮਨੋਰਥ ਕੁਝ ਹੋਰ ਹੈ, ਅਸਾਂ ਸੰਸਾਰ ਵਿੱਚ ਕਿਸੇ ਹੋਰ ਗੱਲ ਲਈ ਜੀਵਣਾ, ਕਿਸੇ ਹੋਰ ਮਕਸਦ ਲਈ ਉੱਠਣਾ ਤੇ ਕਿਸੇ ਉੱਚ ਆਸ਼ੇ ਲਈ ਜਿਸ ਲਈ ਯੂਰਪ ਤੇ ਅਮਰੀਕਾ ਆਪਣੇ ਆਦਰਸ਼ ਦੇ ਸਿਖਰ ਤੇ ਪੁੱਜ ਕੇ ਵੀ ਆਪਣੇ ਅੰਦਰ ਕਮੀ ਵੇਖ ਬੇਕਰਾਰੀ ਜ਼ਾਹਰ ਕਰ ਰਹੇ ਹਨ। ਅੱਗੇ ਵਧਣਾ ਹੈ। ਹਾਂ, ਜੇ ਅਸਾਂ ਸੰਸਾਰ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਹੋ ਕੇ ਅੱਗੇ ਵਧਣਾ ਹੈ, ਤਦ ਸਾਨੂੰ ਉੱਠ ਕੇ ਅੱਗੇ ਵਧਣ ਦੀ ਜਗ੍ਹਾ ਪਹਿਲਾਂ ਰਤਾ ਕੋ ਪਿੱਛੇ ਵੱਲ ਚੱਲਣਾ ਚਾਹੀਦਾ ਹੈ ਤੇ ਆਪਣੇ ਵੱਡੇ ਵਡੇਰਿਆਂ ਦੇ ਕਦਮਾਂ ਤੇ ਖੜਾ ਹੋ ਕੇ ਫਿਰ ਅੱਗੇ ਵਧਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਆਸ਼ੇ ਤੋਂ ਦੂਰ ਨਾ ਟੁਰ ਜਾਈਏ ਤੇ ਆਪਣੇ ਆਈਡੀਅਲ ਯਾਨੀ ਆਦਰਸ਼ ਵੱਲੋਂ ਉਕਾਈ ਖਾ ਕੀਤੀ ਦੌੜ ਭੱਜ ਤੇ ਪਤਾ ਲੱਗਣ ਤੇ ਸ਼ੌਕ ਨਾ ਕਰਨਾ ਪਏ ਤੇ ਬਹੁਮੁੱਲੇ ਸਮੇਂ ਦੇ ਗਵਾਣ ਤੇ ਅਫਸੋਸ ਦੇ ਆਂਸੂ ਨਾ ਵਗਾਣੇ ਪੈਣ। ਸਾਡੇ ਮੋਢਿਆਂ ਤੇ ਇੱਕ ਖਾਸ ਤਰ੍ਹਾਂ ਦਾ ਬੋਝ ਰੱਖਿਆ ਗਿਆ ਹੈ। ਸਾਡੇ ਜ਼ੁਮੇ ਇੱਕ ਖਾਸ ਤਰ੍ਹਾਂ ਦਾ ਕੰਮ ਲਾਇਆ ਗਿਆ ਹੈ ਤੇ ਅਸਾਂ ਸੰਸਾਰ ਦੀ ਇੱਕ ਖਾਸ ਤਰ੍ਹਾਂ ਦੀ ਸੇਵਾ ਕਰਨੀ ਹੈ। ਇਹ ਗੱਲ ਠੀਕ ਹੈ ਕਿ ਸਾਨੂੰ ਤਿਆਗੀ ਨਹੀਂ ਬਣਾਇਆ ਗਿਆ। ਇਹ ਸੱਚ ਹੈ ਕਿ ਸੰਸਾਰ ਵਿੱਚ ਕਾਰ-ਵਿਹਾਰੀ ਹੋਣ ਦੀ ਸਾਡੇ ਲਈ ਸਖਤ ਤਾਕੀਦ ਹੈ ਤੇ ਇਹ ਗੱਲ ਮੰਨਣੀ ਪੈਂਦੀ ਹੈ ਕਿ ਲੋਕਾਂ ਨੂੰ ਸਿੱਖੀ ਦੇ ਵੱਲ ਲਿਆਉਣ ਲਈ ਸਿੱਖਾਂ ਦੀ ਸੰਸਾਰਕ ਦਸ਼ਾ ਵੀ ਕਾਫੀ ਦਰਜਾ ਰੱਖਦੀ ਹੈ। ਪਰੰਤੂ ਅੱਗੇ ਵਧਣ ਦੀ ਆਵਾਜ਼ ਸੁਣ, ਅੱਗੇ ਵਧਣ ਦੇ ਜੋਸ਼ ਵਿੱਚ ਜਿਸ ਖੂਬੀ ਲਈ ਅਸਾਂ ਅੱਗੇ ਵਧਣਾ ਹੈ ਉਸ ਨੂੰ ਭੁੱਲ ਜਾਣਾ ਮੁੱਖ ਚੀਜ਼ ਨੂੰ ਗਾਉਣ ਤੇ ਗਾਉਣ ਨੂੰ ਮੁੱਖ ਕਰ ਦੇਣ ਦੀ ਨਾ ਖਿਮਾ ਕੀਤੇ ਜਾਣ ਯੋਗ ਗਲਤੀ ਹੋਵੇਗੀ। ਹਾਂਜੀ, ਫਿਰ ਦੁਹਰਾ ਦਈਏ। ਪਰੰਤੂ ਅੱਗੇ ਵਧਣ ਦੀ ਆਵਾਜ਼ ਸੁਣ, ਅੱਗੇ ਵਧਣ ਦੇ ਜੋਸ਼ ਵਿੱਚ ਜਿਸ ਖੂਬੀ ਲਈ ਅਸਾਂ ਅੱਗੇ ਵਧਣਾ ਹੈ ਉਸ ਨੂੰ ਭੁੱਲ ਜਾਣਾ ਮੁੱਖ ਚੀਜ਼ ਨੂੰ ਗਾਉਣ ਤੇ ਗਾਉਣ ਨੂੰ ਮੁੱਖ ਕਰ ਦੇਣ ਦੀ ਨਾ ਖਿਮਾ ਕੀਤੇ ਜਾਣ ਯੋਗ ਗਲਤੀ ਹੋਵੇਗੀ। ਸ੍ਰੀ ਸਤਿਗੁਰਾਂ ਤੇ ਪੁਰਾਤਨ ਸਿੱਖਾਂ ਦੇ ਜੀਵਨ ਪੜ੍ਹੋ। ਤੁਹਾਨੂੰ ਉਹਨਾਂ ਵਿੱਚ ਇੱਕ ਖਾਸ ਗੱਲ ਮਿਲੇਗੀ ਜੋ ਪੂਰੇ ਧਿਆਨ ਦੇਣ ਗੋਚਰੀ ਹੈ। ਊੜਾ ਰਾਤ ਦਾ ਸਮਾਂ ਹੈ। ਦਸਮ ਪਾਤਸ਼ਾਹ ਕੂਚ ਕਰਦੇ ਹਨ। ਅੰਮ੍ਰਿਤ ਵੇਲਾ ਹੋ ਜਾਂਦਾ ਹੈ। ਵੈਰੀ ਦੀ ਸੈਨਾ ਵਿੱਚ ਕੱਟਣ ਵਾਲੇ ਦੰਦਾਂ ਦੇ ਵਿਚਕਾਰ ਜੀਭ ਵਾਂਗ ਆਪਣੇ ਆਪ ਨੂੰ ਘਿਰਿਆ ਤੱਕਦੇ ਹਨ। ਫਿਰ ਵੀ ਥੰਮ ਜਾਓ ਦਾ ਹੁਕਮ ਹੁੰਦਾ ਹੈ। ਦੀਵਾਨ ਸਜਦਾ ਹੈ। ਕੀਰਤਨ ਆਰੰਭ ਹੋ ਜਾਂਦਾ ਹੈ ਤੇ ਖਾਲਸੇ ਲਈ ਇਸ਼ਕ ਵਿੱਚ ਸਰਸ਼ਾਰ ਹੋ ਬਾਗਾਂ ਵਿੱਚ ਖੜੇ ਸਰੂਆਂ ਵਾਂਗ ਝੂਮਦੇ ਆਪੇ ਨੂੰ ਭੁੱਲ ਜਾਂਦੇ ਹਨ।
ਵੈਰੀ ਦੇ ਚਾਰ ਚੁਫੇਰ ਹੁੰਦਿਆਂ ਵੀ ਉਸਨੂੰ ਭੁੱਲ ਆਪਣਾ ਨਿਤਯ ਕਰਮ ਯਾਨੀ ਆਸਾ ਦੀ ਵਾਰ ਦਾ ਦੀਵਾਨ ਤੋਂ ਵਿਹਲੇ ਹੋਏ ਬਿਨਾਂ ਅੱਗੇ ਕਦਮ ਨਹੀਂ ਉਠਾਉਂਦੇ। ਐੜਾ ਭਾਈ ਮਨਸੁਖ ਗੈਰ ਮੁਲਕ ਵਿੱਚ, ਗੈਰ ਮਜ਼ਹਬ ਵਾਲਿਆਂ ਵਿੱਚ, ਗੈਰ ਕੌਮ ਦੀ ਅਦਾਲਤ ਵਿੱਚ ਬੇਯਾਰੋਂ ਮਦਦਗਾਰ ਖੜਾ ਹੈ। ਸਾਰੀ ਸੰਪਤ ਲੁਟਾਏ ਜਾਣ ਦਾ ਖੌਫ ਤੇ ਜਾਨ ਦੇ ਲੈਣ ਦਾ ਡਰ ਹਰ ਘੜੀ ਵਿਖਾਇਆ ਜਾਂਦਾ ਹੈ। ਇਸ ਤਰ੍ਹਾਂ ਦਾ ਰੋਹ ਪਾ ਕੇ ਆਸ ਕੀਤੀ ਜਾਂਦੀ ਹੈ ਕਿ ਹੁਣ ਮਨਸੁਖ ਦੇ ਮੂੰਹ ਖੁੱਲ੍ਹਣ ਤੇ ਜੋ ਆਵਾਜ਼ ਨਿਕਲੇਗੀ ਉਹ ਸਾਡੇ ਲੰਕਾ ਵਾਸੀਆਂ ਦੇ ਮਤ ਦੇ ਗ੍ਰਹਿਣ ਕਰਨ ਦੀ ਹੋਵੇਗੀ। ਭਾਈ ਮਨਸੁਖ ਦਾ ਮੂੰਹ ਖੁੱਲ੍ਹਦਾ ਹੈ, ਉਸ ਦੀ ਜ਼ਬਾਨ ਹਿਲਦੀ ਹੈ ਤੇ ਉਹ ਸਿੱਖੀ ਦੇ ਗੂੜ ਤੱਤਾਂ ਦਾ ਹੱਲ ਇਸ ਖੂਬੀ ਨਾਲ ਕਰਦੀ ਹੈ ਕਿ ਉੱਥੋਂ ਦਾ ਰਾਜਾ ਨਹੀਂ, ਸਾਰਾ ਦਰਬਾਰ ਨਹੀਂ, ਸਾਰੇ ਤਮਾਸ਼ਾਈ ਗੁਰੂ ਨਾਨਕ ਦੇ ਪ੍ਰੇਮ ਵਿੱਚ ਮਗਨ ਹੋ ਵਜਦ ਵਿੱਚ ਆ ਜਾਂਦੇ ਹਨ। ਈੜੀ 12-13 ਸਾਲ ਦਾ ਭੁਯੰਗੀ ਅਦਾਲਤ ਵਿੱਚ ਪੇਸ਼ ਹੈ। ਹਾਕਮ, ਦਰਬਾਰ, ਸਾਰੇ ਤਮਾਸ਼ਾਈ ਤੇ ਮਾਤਾ ਤੱਕ ਕਹਿੰਦੇ ਹਨ ਕਿ ਸਿੱਖ ਹੋਣ ਤੋਂ ਇਨਕਾਰ ਤੇ ਹਿੰਦੂ ਹੋਣ ਦਾ ਇਕਰਾਰ ਕਰ, ਜਾਨ ਬਚ ਸਕਦੀ ਹੈ। ਮਾਂ ਦੁਹਾਈ ਦੇ ਆਖਦੀ ਹੈ ਕਿ ਬੱਚਾ ਸਿੱਖ ਨਹੀਂ ਹੈ, ਪਰੰਤੂ ਉਹ ਸ਼ੇਰ ਬਾਲਕ ਸਿੱਖ ਹੋਣ ਤੋਂ ਇਨਕਾਰ ਕਰਨ ਨਾਲੋਂ ਮੌਤ ਨੂੰ ਤਰਜੀਹ ਦੇ ਹੱਸਦਾ ਹੱਸਦਾ ਮੌਤ ਦੇ ਮੂੰਹ ਵਿੱਚ ਚਲਿਆ ਜਾਂਦਾ ਹੈ। ਸੱਸਾ ਦਰਬਾਰ ਲੱਗਾ ਹੈ, ਕੁਝ ਸਿੱਖ ਫੜੇ ਆਉਂਦੇ ਹਨ। ਹਾਕਮ ਉਹਨਾਂ ਦੇ ਕਤਲ ਦਾ ਹੁਕਮ ਦਿੰਦਾ ਹੈ। ਜਲਾਦ ਤਲਵਾਰਾਂ, ਹਾਂ ਖੂਨ ਪਿਆਸੀ ਤਲਵਾਰ ਲਈ ਇੱਕ ਇੱਕ ਨੂੰ ਫੜ ਮੌਤ ਦੇ ਘਾਟ ਪਾਰ ਉਤਾਰਨ ਲਈ ਅੱਗੇ ਵੱਧਦਾ ਹੈ। ਹਰ ਪਕੜਿਆ ਸਿੱਖ ਆਪਣੇ ਨਾਲੋਂ ਦੂਜੇ ਦੀ ਹਸਤੀ ਨੂੰ ਵਧੇਰੇ ਗੌਰਵਤਾ ਵਾਲਾ ਸਮਝ ਪਹਿਲਾਂ ਆਪਣੇ ਪ੍ਰਾਣ ਦੇਣ ਲਈ ਜਲਾਦ ਨੂੰ ਕਹਿੰਦਾ ਹੈ। ਹਰ ਇੱਕ ਦੀ ਦੂਜੇ ਤੋਂ ਪਹਿਲਾਂ ਸ਼ਹਾਦਤ ਲੈਣ ਦੀ ਇੱਛਾ, ਹਰ ਇੱਕ ਦਾ ਦੂਜੇ ਦੇ ਸਿਰ ਦੇ ਧੜ ਤੋਂ ਅੱਡ ਹੋਣ ਨੂੰ ਵੇਖਣ ਤੋਂ ਪਹਿਲਾਂ ਆਪਣੇ ਸਿਰ ਨਾਲੋਂ ਧੜ ਅੱਡ ਕਰਾਉਣ ਦੇ ਖਿਆਲ ਤੋਂ ਜਲਾਦ ਲਈ ਕਿਸੇ ਇੱਕ ਸਿੱਖ ਦਾ ਫੜ ਕੇ ਮੌਤ ਦੇ ਘਾਟ ਉਤਾਰਨਾ ਮੁਸ਼ਕਲ ਹੋ ਜਾਂਦਾ ਹੈ ਤੇ ਦਰਬਾਰ ਸਿੱਖਾਂ ਦੇ ਇਸ ਏਕੇ ਨੂੰ ਵੇਖ ਚਕਰਿਤ ਹੋ ਜਾਂਦਾ ਹੈ। ਇਹ ਵਾਕਿਆਤ ਦੱਸਦੇ ਹਨ ਕਿ ਸਿੱਖਾਂ ਦੇ ਅੰਦਰ ਵਾਹਿਗੁਰੂ ਦਾ ਅਤੁੱਟ ਪਿਆਰ, ਸਿੱਖਾਂ ਦੇ ਅੰਦਰ ਸਿੱਖੀ ਨਾਲ ਅਮਿਟ ਨੇਹੂ ਤੇ ਸਿੱਖਾਂ ਦਾ ਸਿੱਖਾਂ ਨਾਲ ਅਮਿਟ ਪਿਆਰ ਹੁੰਦਾ। ਸਿੱਖ ਇੱਕ ਤਰ੍ਹਾਂ ਦਾ ਲੈਂਪ ਹੈ ਜਿਨ੍ਹਾਂ ਦੇ ਵਿੱਚੋਂ ਦੀਪਤ ਹੋ ਰਹੀ ਸਿੱਖੀ ਨੇ ਉਸ ਦੇ ਸਰੀਰ ਰੂਪੀ ਚਿਮਨੀ ਵਿੱਚੋਂ ਪ੍ਰਕਾਸ਼ ਕਰਕੇ ਭੋਲੇ ਭਟਕਿਆਂ ਨੂੰ ਰਸਤਾ ਦੱਸਣਾ ਹੈ। ਸਿੱਖਾਂ ਦੀ ਹਸਤੀ ਹੈ ਤਾਂ ਇਸ ਗੱਲ ਲਈ, ਸਿੱਖਾਂ ਦੀ ਸੰਸਾਰ ਵਿੱਚ ਲੋੜ ਸੀ ਤਾਂ ਇਹ, ਜੇ ਸਿੱਖ ਸੰਸਾਰ ਵਿੱਚ ਪੈਦਾ ਕੀਤੇ ਗਏ ਹਨ ਤਦ ਇਸ ਪ੍ਰਯੋਜਨ ਲਈ, ਤੇ ਹੁਣ ਜੇ ਸਿੱਖਾਂ ਅੱਗੇ ਵਧਣਾ ਹੈ ਤਾਂ ਇਸੇ ਗਰਜ਼ ਲਈ। ਸੋ ਖਾਲਸਾ ਜੀ ਉਠੋ, ਪਹਿਲਾਂ ਪਿੱਛੇ ਚਲੋ ਤੇ ਆਪਣੇ ਵੱਡਿਆਂ ਦੇ ਕਦਮਾਂ ਤੇ ਖੜੇ ਹੋਵੋ। ਜੇ ਕੋਈ ਕਦਮ ਤੇ ਜਿੰਨੇ ਐਸੇ ਕਦਮ ਪੁੱਟੇ ਗਏ ਹਨ ਜੋ ਸਿੱਖਾਂ ਦੇ ਆਦਰਸ਼ ਤੋਂ ਪਰੇ ਲੈ ਗਏ ਹਨ, ਤਾਂ ਉਹਨੇ ਕਦਮ ਪ੍ਰਾਪਤ ਕਰੋ ਤੇ ਠੀਕ ਆਦਰਸ਼ ਦੀ ਸੇਧ ਵਿੱਚ ਖੜੋ ਜਾਓ। ਫਿਰ ਟੁਰੋ ਤੇ ਸਰਪਟ ਟੁਰੋ, ਇੱਕ ਮੁੱਠ ਹੋ ਕੇ ਟੁਰੋ, ਇੱਕ ਜਾਨ ਹੋ ਕੇ ਟੁਰੋ। ਆਪਣੇ ਹਿਰਦੇ ਵਿੱਚ ਬਾਬਾ ਗੁਰਬਖਸ਼ ਸਿੰਘ ਵਾਂਗ ਨਾਮ ਦਾ ਪ੍ਰਵਾਹ, ਭਾਈ ਮਨਸੁਖ ਵਾਂਗ ਸਿੱਖੀ ਦੇ ਪ੍ਰਚਾਰ ਦਾ ਉਮਾਹ, ਬਾਬਾ ਦੀਪ ਸਿੰਘ ਵਾਂਗ ਸਿੱਖੀ ਦੇ ਉਤਸ਼ਾਹ ਤੇ ਪੰਥ ਦੇ ਪਿਆਰ ਵਿੱਚ ਭਰਪੂਰ ਤੇ ਸਿੱਖੀ ਦੇ ਸਰੂਰ ਵਿੱਚ ਮਖਮੂਰ ਹੋ ਕੇ ਫਿਰ ਅੱਗੇ ਵਧੋ। ਹਾਂਜੀ, ਫਿਰ ਦੁਹਰਾ ਦੇਈਏ। ਸੋ ਖਾਲਸਾ ਜੀ ਉਠੋ, ਪਹਿਲਾਂ ਪਿੱਛੇ ਚਲੋ ਤੇ ਆਪਣੇ ਵੱਡਿਆਂ ਦੇ ਕਦਮਾਂ ਤੇ ਖੜੇ ਹੋਵੋ। ਜੇ ਕੋਈ ਕਦਮ ਤੇ ਜਿੰਨੇ ਐਸੇ ਕਦਮ ਪੁੱਟੇ ਗਏ ਹਨ ਜੋ ਸਿੱਖਾਂ ਦੇ ਆਦਰਸ਼ ਤੋਂ ਪਰੇ ਲੈ ਗਏ ਹਨ, ਤਾਂ ਉਹਨੇ ਕਦਮ ਪ੍ਰਾਪਤ ਕਰੋ ਤੇ ਠੀਕ ਆਦਰਸ਼ ਦੀ ਸੇਧ ਵਿੱਚ ਖੜੋ ਜਾਓ। ਫਿਰ ਟੁਰੋ ਤੇ ਸਰਪਟ ਟੁਰੋ, ਇੱਕ ਮੁੱਠ ਹੋ ਕੇ ਟੁਰੋ, ਇੱਕ ਜਾਨ ਹੋ ਕੇ ਟੁਰੋ। ਆਪਣੇ ਹਿਰਦੇ ਵਿੱਚ ਬਾਬਾ ਗੁਰਬਖਸ਼ ਸਿੰਘ ਵਾਂਗ ਨਾਮ ਦਾ ਪ੍ਰਵਾਹ,
ਭਾਈ ਮਨਸੁਖ ਵਾਂਗ ਸਿੱਖੀ ਦੇ ਪ੍ਰਚਾਰ ਦਾ ਉਮਾਹ, ਬਾਬਾ ਦੀਪ ਸਿੰਘ ਵਾਂਗ ਸਿੱਖੀ ਦੇ ਉਤਸ਼ਾਹ ਤੇ ਪੰਥ ਦੇ ਪਿਆਰ ਵਿੱਚ ਭਰਪੂਰ ਤੇ ਸਿੱਖੀ ਦੇ ਸਰੂਰ ਵਿੱਚ ਮਖਮੂਰ ਹੋ ਕੇ ਫਿਰ ਅੱਗੇ ਵਧੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।